हेलो गुड मॉर्निंग स्टूडेंट्स। बेटा आज आप करना है फिजिकल प्रॉपर्टीज़ ऑफ हेलोअरीन्स। फर्स्ट फिजिकल प्रॉपर्टी करांगे मेल्टिंग पॉइंट एंड बॉइलिंग पॉइंट। ठीक है, सब तो पहला अगर आप हेलोअरीन्स तुहाडे कोल मान लो 4 हेलोअरीन्स आ, ठीक है, ये आप मेल्टिंग पॉइंट की बॉइलिंग पॉइंट की गल करिए। सब तो पहला फ्लोरोबेंजीन है, ठीक है, दैन क्लोरोबेंजीन Cl लगा होया, दैन किहड़ी आ ब्रोमोबेंजीन। इनू समझना ही है, ठीक है। जे तुहानू एक बारी समझ लग गया तुसी सारे क्वेश्चनस बड़े आराम दे नाल कर सकते हैं, ठीक है। फ्लोरोबेंजीन, क्लोरोबेंजीन, ब्रोमोबेंजीन एंड नेक्स्ट वन इज आइडोबेंजीन। आइडोबेंजीन, ठीक है। ਹੁਣ ਜੇ ਇਹਦੇ ਬੋਇਲਿੰਗ ਪੁਆਇੰਟ ਦੀ ਗੱਲ ਕਰਦੇ ਆ, ਜਿਹੜਾ ਬੋਇਲਿੰਗ ਪੁਆਇੰਟ ਆ ਫਲੋਰੋਬੈਂਜ਼ੀਨ, ਹੁਣ ਦੇਖੋ ਸਾਰਿਆਂ ਦੇ ਵਿੱਚ ਬੈਂਜ਼ੀਨ ਰਿੰਗ ਤਾਂ ਸੇਮ ਆ, ਠੀਕ ਹੈ। ਹੁਣ ਇਹਦੇ ਵਿੱਚੋਂ ਜਿਹੜੀ ਚੀਜ਼ ਤੇ ਬੋਇਲਿੰਗ ਪੁਆਇੰਟ ਡਿਪੈਂਡ ਕਰਨਾ ਆ ਉਹ ਹੈਗਾ ਆ ਸਾਈਜ਼ ਆਫ ਹੈਲੋਜਨ ਐਟਮ। ਫਲੋਰੀਨ, ਕਲੋਰੀਨ, ਬਰੋਮੀਨ, ਆਇਓਡੀਨ, ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਾਈਜ਼ ਕਿਹਦਾ, ਸਭ ਤੋਂ ਵੱਡਾ ਸਾਈਜ਼ ਕਿਹਦਾ ਆ ਆਇਓਡੀਨ ਦਾ, ਜਿਹਦੇ ਕਰਕੇ ਸਭ ਤੋਂ ਜ਼ਿਆਦਾ ਬੋਇਲਿੰਗ ਪੁਆਇੰਟ ਵੀ ਕਿਹਦਾ ਹੋਣਾ ਆਈਡੋਬੈਂਜ਼ੀਨ ਦਾ। ਇਹਦਾ ਹੁੰਦਾ 462 ਕੈਲਵਿਨ, ਠੀਕ ਹੈ। ਇਹਦਾ ਹੁੰਦਾ 429 ਕੈਲਵਿਨ। ਇਹਦਾ ਸਾਈਜ਼ ਛੋਟਾ ਆ ਬਰੋਮੀਨ ਦਾ ਐਸ ਕੰਪੇਅਰ ਟੂ ਆਇਓਡੀਨ, ਤਾਂ ਕਰਕੇ ਇਹਦਾ ਬੋਇਲਿੰਗ ਪੁਆਇੰਟ ਘੱਟ ਆ। ਕਲੋਰੀਨ ਦਾ ਸਾਈਜ਼ ਬਰੋਮੀਨ ਨਾਲੋਂ ਛੋਟਾ, ਇਹਦਾ 405 ਤੇ ਲਾਸਟ 358। ਤੁਸੀਂ ਇਹਦੇ ਵਿੱਚ ਇੰਨਾ ਕੁ ਯਾਦ ਰੱਖਣਾ ਕਿ ਸਭ ਤੋਂ ਜ਼ਿਆਦਾ ਬੋਇਲਿੰਗ ਪੁਆਇੰਟ ਕਿਹਦਾ ਆ ਆਈਡੋਬੈਂਜ਼ੀਨ ਦਾ ਆ। ਤੇ ਕਿਉਂ ਆ, ਬੈਂਜ਼ੀਨ ਰਿੰਗ ਸਾਰਿਆਂ ਦੇ ਵਿੱਚ ਸੇਮ ਆ, ਸੋ ਜਿਹੜਾ ਬੋਇਲਿੰਗ ਪੁਆਇੰਟ ਉਹ ਡਿਪੈਂਡ ਕਰਨਾ ਹੈ ਸਾਈਜ਼ ਆਫ ਹੈਲੋਜਨ ਐਟਮ ਤੇ। ਸਭ ਤੋਂ ਵੱਡਾ ਸਾਈਜ਼ ਕਿਹਦਾ ਆ ਆਇਓਡੀਨ ਦਾ। ਜਿੰਨਾ ਵੱਡਾ ਸਾਈਜ਼ ਹੋਊਗਾ, ਇਹ ਚੀਜ਼ ਆਪਾਂ ਪਹਿਲਾਂ ਵੀ ਪੜ੍ਹੀ ਹੋਈ ਆ, ਜਿੰਨਾ ਸਾਈਜ਼ ਜ਼ਿਆਦਾ ਹੋਊਗਾ ਉਨੀਆਂ ਵੰਡਰਵਾਲ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੋਣਗੀਆਂ। ਵੰਡਰਵਾਲ ਫੋਰਸ ਆਫ ਅਟਰੈਕਸ਼ਨਸ, ਠੀਕ ਹੈ, ਜਿੰਨੀਆਂ ਵੰਡਰਵਾਲ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੋਣਗੀਆਂ ਉਨਾ ਬੋਇਲਿੰਗ ਪੁਆਇੰਟ ਕੀ ਹੋਊਗਾ ਜ਼ਿਆਦਾ ਹੋਊਗਾ। ਇਹ ਚੀਜ਼ ਤੁਸੀਂ ਇਹਦੇ ਵਿੱਚ ਲਿਖ ਸਕਦੇ ਆ, ਓਕੇ। ਅਗਰ ਤੁਹਾਨੂੰ ਡਾਇਰੈਕਟ ਆਉਂਦਾ ਪਿਆ 4 ਰਿੰਗਸ, ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਬੋਇਲਿੰਗ ਪੁਆਇੰਟ ਕਿਹਦਾ ਆ ਤੇ ਆਈਡੋਬੈਂਜ਼ੀਨ ਨੂੰ ਟਿਕ ਕਰ ਦੇਣਾ, ਠੀਕ ਹੈ, ਬਿਨਾਂ ਸੋਚੇ ਸਮਝੇ। ਤੇ ਹੁਣ ਜੇ ਆਪਾਂ ਗੱਲ ਕਰਾਂਗੇ ਆਈਸੋਮਰ ਆਫ ਡਾਈਕਲੋਰੋਬੈਂਜ਼ੀਨ ਆ, ਠੀਕ ਆ। ਡਾਈਕਲੋਰੋਬੈਂਜ਼ੀਨ ਇਹ ਹੈਗਾ ਸਾਡੇ ਕੋਲ ਔਰਥੋ ਆ ਡਾਈਕਲੋਰੋਬੈਂਜ਼ੀਨ, ਔਰਥੋ ਡਾਈਕਲੋਰੋਬੈਂਜ਼ੀਨ। ਫਿਰ ਇਹਦੇ ਬਾਅਦ ਚ ਮੈਟਾ ਡਾਈਕਲੋਰੋਬੈਂਜ਼ੀਨ, ਠੀਕ ਹੈ। ਡਾਈਕਲੋਰੋਬੈਂਜ਼ੀਨ ਤੁਸੀਂ ਲਿਖ ਲੈਣਾ ਹੈ। ਦੈਨ ਲਾਸਟ ਹੈ ਪੈਰਾਕਲੋਰੋਬੈਂਜ਼ੀਨ, ਠੀਕ ਆ। ਹੁਣ ਜੇ ਇਹਦਾ ਬੋਇਲਿੰਗ ਪੁਆਇੰਟ ਆ, ਬੋਇਲਿੰਗ ਹੁਣ ਦੇਖੋ ਸਾਰਿਆਂ ਦੇ ਵਿੱਚ ਕਲੋਰੀਨ ਲੱਗੀ ਹੋਈ ਆ, ਤਾਂ ਕਰਕੇ ਜਿਹੜਾ ਇਹਦਾ ਬੋਇਲਿੰਗ ਪੁਆਇੰਟ ਉਹਦੇ ਵਿੱਚ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ। ਜੇ ਬੋਇਲਿੰਗ ਪੁਆਇੰਟ ਦੀ ਗੱਲ ਕਰੀਏ, ਜਿਹੜਾ ਐਕਸਪੈਰੀਮੈਂਟਲ ਡਾਟਾ ਆ ਇਹਦਾ 453 ਕੈਲਵਿਨ ਆ, ਠੀਕ ਹੈ। ਇਹਦਾ 446 ਕੈਲਵਿਨ ਆ ਤੇ ਇਹਦਾ ਹੈਗਾ 448 ਕੈਲਵਿਨ ਆ। ਮਤਲਬ ਕਿ ਆਲਮੋਸਟ ਕੌਂਸਟੈਂਟ ਜਿਹਾ ਬੋਇਲਿੰਗ ਪੁਆਇੰਟ ਆ, ਸਾਰਿਆਂ ਦਾ ਸੇਮ ਜਿਹਾ ਬੋਇਲਿੰਗ ਪੁਆਇੰਟ ਆ, ਠੀਕ ਹੈ। ਬਟ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਆ, ਜਦੋਂ ਇਸ ਤਰ੍ਹਾਂ ਦਾ ਕੁਐਸਚਨ ਆਇਆ ਔਰਥੋ ਮੈਟਾ ਪੈਰਾ ਡਾਈਕਲੋਰੋਬੈਂਜ਼ੀਨ, ਉਹਦੇ ਵਿੱਚ ਉਹਨੇ ਮੈਲਟਿੰਗ ਪੁਆਇੰਟ ਪੁੱਛਣਾ ਕਿ ਮੈਲਟਿੰਗ ਪੁਆਇੰਟ ਕਿਹਦਾ ਜ਼ਿਆਦਾ ਆ। ਜੇ ਮੈਲਟਿੰਗ ਪੁਆਇੰਟ ਦੀ ਗੱਲ ਕਰੀਏ, ਇਹਦਾ ਮੈਲਟਿੰਗ ਪੁਆਇੰਟ ਹੁੰਦਾ 256, ਇਹਦਾ ਹੁੰਦਾ 249 ਤੇ ਇਹਦਾ ਹੁੰਦਾ 325। ਹੁਣ ਇਹਦੇ ਵਿੱਚ ਸਭ ਤੋਂ ਜ਼ਿਆਦਾ ਮੈਲਟਿੰਗ ਪੁਆਇੰਟ ਕਿਹਦਾ ਆ ਪੈਰਾ ਆਈਸੋਮਰ ਦਾ। ਪੈਰਾ ਆਈਸੋਮਰ ਦਾ ਮੈਲਟਿੰਗ ਪੁਆਇੰਟ ਜ਼ਿਆਦਾ ਕਾਤੇ ਆ, ਇਹਦੇ ਲਈ ਤੁਸੀਂ 2 ਲਾਈਨਾਂ ਜ਼ਿਆਦਾ ਲਿਖਣੀਆਂ, ਠੀਕ ਹੈ। ਲਿਖ ਦਿਓ, ਨਜ਼ਰ ਆ ਰਿਹਾ ਕਿ ਪੈਰਾ ਆਈਸੋਮਰ। ਹੁਣ ਇਹਨਾਂ ਦੇ ਵਿੱਚੋਂ ਦੇਖੋ ਸਿਮੈਟਰੀਕਲ ਸਟਰਕਚਰ ਕਿਹਦੀ ਆ, ਪੈਰਾ ਆਈਸੋਮਰ ਦੀ ਇਹ ਲਾਈਨ ਲਿਖ ਦੇਣੀ ਆ, ਪੈਰਾ ਆਈਸੋਮਰ ਇਜ਼ ਮੋਰ ਸਿਮੈਟਰੀਕਲ, ਕਿ ਜਿਹੜਾ ਪੈਰਾ ਆਈਸੋਮਰ ਆ ਉਹ ਜ਼ਿਆਦਾ ਸਿਮੈਟਰੀਕਲ ਆ ਐਸ ਕੰਪੇਅਰ ਟੂ ਦੀਸ ਟੂ, ਠੀਕ ਹੈ।
ਜੇ ਜ਼ਿਆਦਾ ਸਿਮੈਟ੍ਰੀਕਲ ਆ ਤੇ ਇਹਦੀ ਜਿਹੜੀ ਪੈਕਿੰਗ ਆ ਇਹਦੀ ਕਲੋਜ਼ਡ ਪੈਕਿੰਗ ਹੋਣੀ ਆ, ਠੀਕ ਹੈ। ਸੋ ਮੋਲੀਕਿਊਲਸ ਆਰ more closely packed in solid state, ਠੀਕ ਆ। ਹੁਣ ਦੇਖੋ ਜਿਹੜੀ ਚੀਜ਼ ਦੀ ਸਿਮੈਟਰੀ ਹੋਗੀ ਆਪਾਂ ਉਹਨੂੰ ਚੰਗੀ ਤਰ੍ਹਾਂ ਪੈਕ ਕਰ ਸਕਦੇ ਹਾਂ। ਇਸ ਤਰ੍ਹਾਂ ਦੇ ਇਹਨਾਂ ਨੂੰ ਆਪਾਂ ਈਜ਼ੀਲੀ ਢੰਗ ਨਾਲ ਪੈਕ ਹੋ ਜਾਣੇ। ਇਹਦੇ ਵਿੱਚ ਸਿਮੈਟਰੀ ਘੱਟ ਆ ਤਾਂ ਕਰਕੇ ਇਹਦੀ ਜਿਹੜਾ ਪੈਕਿੰਗ ਹੋਣੀ ਹੈ ਇਹਨਾਂ ਨੇ ਇੱਕ ਦੂਸਰੇ ਤੋਂ ਦੂਰ ਦੂਰ ਹੋਣਾ, ਕਿਉਂਕਿ ਇੱਧਰ Cl ਲੱਗਾ ਹੋਇਆ, ਇਹਦੇ ਵਿੱਚ Cl ਬਿਲਕੁਲ ਓਪੋਜ਼ਿਟ ਆ, ਨਾਲ ਜੁੜ ਕੇ ਇਹ ਕਲੋਜ਼ ਪੈਕਿੰਗ ਹੋ ਜਾਣੀ ਹੈ। ਇੰਨਾ ਹੀ ਲਿਖਣਾ ਕਿ ਪੈਰਾ ਆਈਸੋਮਰ ਸਿਮੈਟਰੀਕਲ ਆ, ਠੀਕ ਹੈ, ਜਿਹਦੇ ਕਰਕੇ ਉਹਦੀ ਕਲੋਜ਼ ਪੈਕਡ ਮੋਰ ਕਲੋਜ਼ ਪੈਕਿੰਗ ਹੋ ਜਾਣੀ ਹੈ, ਠੀਕ ਹੈ। ਮੋਲੀਕਿਊਲਸ ਕਲੋਜ਼ਲੀ ਪੈਕ ਹੋਣੇ ਆ, ਜਿਹਦੇ ਕਰਕੇ ਇਹਦੇ ਵਿੱਚ ਅਟਰੈਕਟਿਵ ਫੋਰਸਿਸ ਜ਼ਿਆਦਾ ਹੋਣੀਆਂ ਹੈ, ਠੀਕ ਹੈ। ਜਿਹਦੇ ਕਰਕੇ ਇਹਦੇ ਵਿੱਚ ਕਿਹੜੀ ਚੀਜ਼ ਜ਼ਿਆਦਾ ਹੋਣੀ ਆ, ਸੋ ਮੋਰ ਵਿਲ ਵੀ ਅਟਰੈਕਟਿਵ ਫੋਰਸਿਸ, ਕਿ ਅਟਰੈਕਸ਼ਨ ਜ਼ਿਆਦਾ ਹੋਣੀ ਆ, ਅਟਰੈਕਟਿਵ ਫੋਰਸਿਸ ਐਂਡ ਮੋਰ ਬੋਇਲਿੰਗ ਪੁਆਇੰਟ, ਮੋਰ ਮੈਲਟਿੰਗ ਪੁਆਇੰਟ ਹੈ, ਬੋਇਲਿੰਗ ਪੁਆਇੰਟ ਨਹੀਂ, ਮੈਲਟਿੰਗ ਪੁਆਇੰਟ ਦੀ ਗੱਲ ਹੋ ਰਹੀ ਹੈ। ਇਹਦੇ ਵਿੱਚ ਸਿਰਫ ਇੰਨੀ ਕੁ ਲਾਈਨ ਲਿਖ ਦਿਓ। ਇਹ ਤੁਹਾਨੂੰ ਸਮਝ ਆ ਗਿਆ ਤਾਂ ਵੈਲ ਐਂਡ ਗੁੱਡ ਆ, ਜੇ ਨਹੀਂ ਆ ਇੱਕ ਵਾਰੀ ਫਿਰ ਦੇਖ ਲਓ। ਜਿੱਦਾਂ ਦੇਖੋ ਇਹਦੇ ਵਿੱਚ Cl ਲਾਗੇ ਆ, ਠੀਕ ਹੈ, ਜਿਹਦੇ ਕਰਕੇ ਇਸ ਤਰ੍ਹਾਂ ਦੇ ਮੋਲੀਕਿਊਲ ਨੂੰ ਜੇ ਤੁਸੀਂ ਅਰੇਂਜ ਕਰਨਾ ਹੋਵੇ ਤੁਸੀਂ ਇਹਨੂੰ ਅਰੇਂਜ ਨਹੀਂ ਕਰ ਸਕਦੇ। ਅਗਲਾ ਮੋਲੀਕਿਊਲ ਇਹ ਤੋਂ ਦੂਰ ਰੱਖ ਹੋਣਾ, ਇਹਦੇ ਵਿੱਚ ਵੀ ਅਗਲਾ, ਬਟ ਇਹਦੇ ਵਿੱਚ ਬਿਲਕੁਲ ਓਪੋਜ਼ਿਟ ਸਾਈਡ ਆ, ਕਲੋਜ਼ ਪੈਕਿੰਗ ਹੋ ਜਾਣੀ ਹੈ, ਜਿਹਦੇ ਕਰਕੇ ਇਹਦੇ ਮੋਲੀਕਿਊਲਸ ਕਲੋਜ਼ਲੀ ਪੈਕਡ ਹੋ ਗਏ, ਜਿਹਦੇ ਕਰਕੇ ਅਟਰੈਕਟਿਵ ਫੋਰਸਿਸ ਵੱਧ ਗਈਆਂ, ਹੈਂਸ ਮੋਰ ਵਿਲ ਵੀ ਮੈਲਟਿੰਗ ਪੁਆਇੰਟ। ਓਕੇ, ਇੰਨਾ ਹੀ ਯਾਦ ਰੱਖਣਾ ਇਹਦੇ ਵਿੱਚ। ਬੇਟਾ ਸਾਡੀ ਸੈਕਿੰਡ ਪ੍ਰੋਪਰਟੀ ਹੈਗੀ ਆ ਸੋਲੂਬਿਲਿਟੀ। ਅਗਰ ਆਪਾਂ ਸੋਲੂਬਿਲਿਟੀ ਦੀ ਗੱਲ ਕਰੀਏ, ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੋਲਰ ਤੇ ਨਾਨ ਪੋਲਰ ਕਿਹੜੇ ਹੁੰਦੇ ਆ। ਜਿੱਦਾਂ C ਕਾਰਬਨ ਹੈਲੋਜਨ ਬੌਂਡ ਹੀ ਹੁੰਦਾ, ਇਹਦੇ ਵਿੱਚ ਕਲੋਰੀਨ ਇਲੈਕਟ੍ਰੋਨੈਗੇਟਿਵ ਹੈ, ਇਹਨੇ ਇਲੈਕਟ੍ਰੋਨ ਖਿੱਚਿਆ, ਇੱਧਰ ਨੈਗੇਟਿਵ ਚਾਰਜ ਆ ਗਿਆ, ਇੱਧਰ ਪੋਜ਼ਿਟਿਵ ਚਾਰਜ ਆ ਗਿਆ, ਪੋਲਸ ਜਨਰੇਟ ਹੋ ਗਏ, ਜਿਹਦੇ ਕਰਕੇ ਆਪਾਂ ਬੋਲ ਦਿੰਦੇ ਕਿ ਕਿਹੜਾ ਕੰਪਾਊਂਡ ਆ, ਪੋਲਰ ਕੰਪਾਊਂਡ ਆ, ਠੀਕ ਹੈ। ਬਟ ਜੇ ਆਪਾਂ ਹੈਲੋ ਅਲਕੇਨ ਦੀ ਗੱਲ ਕਰੀਏ, ਮੰਨ ਲਓ ਐਗਜ਼ਾਮਪਲ ਲਈ ਆ ਮਿਥਾਈਲ ਕਲੋਰਾਈਡ, ਠੀਕ ਹੈ, ਇੱਧਰ ਜ਼ਿਆਦਾ ਨੈਗੇਟਿਵ ਚਾਰਜ, ਜ਼ਿਆਦਾ ਪੋਜ਼ਿਟਿਵ, ਇਹ ਜ਼ਿਆਦਾ ਪੋਲਰ ਹੁੰਦਾ ਆ। ਕਿਉਂਕਿ ਜੇ ਆਪਾਂ ਬੈਂਜ਼ੀਨ ਦੀ ਗੱਲ ਕਰੀਏ, ਹੁਣ ਜਿਹੜੀ ਬੈਂਜ਼ੀਨ ਦੀ ਮੰਨ ਲਓ ਇਹ ਵਾਲੀ ਕਾਰਬਨ ਆ ਇੱਕ, ਠੀਕ ਆ, ਬਾਕੀ ਦਾ ਸਾਰਾ ਸੇਮ ਹੀ ਹੋਣਾ, ਇਹਦੇ ਨਾਲ Cl ਲੱਗਾ ਹੋਇਆ। ਹੁਣ ਇਹ ਵਾਲੀ ਜਿਹੜੀ ਕਾਰਬਨ ਆ ਇਹ ਲੈਸ ਇਲੈਕਟ੍ਰੋਨੈਗੇਟਿਵ, ਮਤਲਬ ਕਿ ਇਲੈਕਟ੍ਰੋਨੈਗੇਟਿਵ ਆ ਇਹਦੇ ਨਾਲੋਂ। ਜਾਂ ਤੁਸੀਂ ਦੂਸਰੀ ਲੈਂਗੁਏਜ ਦੇ ਵਿੱਚ ਯਾਦ ਰੱਖੋ ਕਿ ਹੁਣ ਇਹ ਬੈਂਜ਼ੀਨ ਰਿੰਗ ਆ, ਇਹਦੇ ਕੋਲੋਂ ਇਲੈਕਟ੍ਰੋਨ ਖਿੱਚਣੇ ਔਖੇ ਆ ਕਲੋਰੀਨ ਲਈ, ਤਾਂ ਕਰਕੇ ਜਿਸ ਤਰ੍ਹਾਂ ਇਹਨੇ ਇਲੈਕਟ੍ਰੋਨ ਖਿੱਚਣੇ, ਇੱਧਰ ਥੋੜਾ ਨੈਗੇਟਿਵ ਚਾਰਜ ਆਣਾ, ਥੋੜਾ ਪੋਜ਼ਿਟਿਵ ਚਾਰਜ ਆਣਾ, ਠੀਕ ਹੈ। ਜਿਹਦੇ ਕਰਕੇ ਆਹ ਵਾਲਾ ਬੌਂਡ ਦੇ ਵਿੱਚ ਜਿਹੜਾ ਚਾਰਜ ਅਕਵਾਇਰ ਹੁੰਦਾ ਉਹ ਜ਼ਿਆਦਾ ਹੁੰਦਾ ਆ ਹੈਲੋ ਅਲਕੇਨਸ ਦੇ ਵਿੱਚ, ਬਟ ਹੈਲੋ ਅਰੀਨਸ ਦੇ ਵਿੱਚ ਨੈਗੇਟਿਵ ਪੋਜ਼ਿਟਿਵ ਚਾਰਜ ਘੱਟ ਆਉਂਦੇ ਆ, ਠੀਕ ਆ। ਸੋ ਇੰਨੀ ਕਹਾਣੀ ਸਿਰਫ ਤੁਹਾਡੇ ਸਮਝਣ ਲਈ ਆ, ਤੁਸੀਂ ਯਾਦ ਇੰਨਾ ਹੀ ਰੱਖਣਾ ਕਿ ਹੈਲੋ ਅਰੀਨਸ ਆਰ ਲੈਸ ਪੋਲਰ, ਉਹ ਘੱਟ ਪੋਲਰ ਹੁੰਦੇ ਆ ਦੈਨ ਹੈਲੋ ਅਲਕੇਨਸ ਦੇ ਨਾਲੋਂ, ਜਿਹਦੇ ਕਰਕੇ ਵਾਟਰ ਦੇ ਵਿੱਚ ਕੀ ਹੁੰਦੇ ਆ, ਇਨਸੋਲੂਬਲ ਇਨ ਵਾਟਰ। ਇੱਕ ਇਹਦੇ ਵਿੱਚ ਹਾਈਡਰੋਜਨ ਬੌਂਡਿੰਗ ਵੀ ਨਹੀਂ ਹੁੰਦੀ, ਠੀਕ ਹੈ ਨਾ। ਇਹਦੇ ਜਿਹੜੀ ਹੈਲੋ ਅਰੀਨਸ ਹੈ ਇਹਦੇ ਵਿੱਚ ਕਿਸੇ ਟਾਈਪ ਦੀ ਹਾਈਡਰੋਜਨ ਬੌਂਡਿੰਗ ਨਹੀਂ ਹੁੰਦੀ, ਓਕੇ। ਤੇ ਹੈਲੋ ਅਰੀਨਸ ਜਿਹੜੇ ਸੋਲੂਬਲ ਕਿਹਦੇ ਵਿੱਚ ਹੁੰਦੇ ਆ, ਇਹ ਲਿਖ ਲਓ, ਹੈਲੋ ਅਰੀਨਸ ਜਿਹੜੇ ਸੋਲੂਬਲ ਹੋਣਾ ਆਰ ਸੋਲੂਬਲ ਇਨ, ਠੀਕ ਹੈ, ਸੋਲੂਬਲ ਇਨ ਆਰਗੈਨਿਕ ਸੋਲਵੈਂਟਸ, ਆਰਗੈਨਿਕ ਸੋਲਵੈਂਟਸ ਦੇ ਵਿੱਚ ਇਹ ਸੋਲੂਬਲ ਹੁੰਦੇ ਆ। ਫੋਰ ਐਗਜ਼ਾਮਪਲ ਜਿੱਦਾਂ ਬੈਂਜ਼ੀਨ ਦੇ ਵਿੱਚ ਇਹ ਡਿਜ਼ੋਲਵ ਹੋ ਜਾਂਦੇ ਆ, ਠੀਕ ਹੈ, ਈਥਰ ਦੇ ਵਿੱਚ ਡਿਜ਼ੋਲਵ ਹੋ ਜਾਂਦੇ ਆ, ਠੀਕ ਹੈ, ਕਲੋਰੋਫਾਰਮ ਦੇ ਵਿੱਚ ਡਿਜ਼ੋਲਵ ਹੋ ਜਾਂਦੇ ਆ, ਤੇ ਕਾਰਬਨ ਟੈਟਰਾ ਕਲੋਰਾਈਡ ਦੇ ਵਿੱਚ ਡਿਜ਼ੋਲਵ ਹੋ ਜਾਂਦੇ ਆ, ਠੀਕ ਹੈ। ਤੁਸੀਂ ਇੰਨਾ ਕੁ ਨੋਟ ਕਰ ਲੈਣਾ ਕਿ ਜੇ ਕੋਈ ਤੁਹਾਨੂੰ ਪੁੱਛ ਲਵੇ, ਕੁਐਸਚਨ ਆ ਜਾਵੇ ਕਿ ਹੈਲੋ ਅਰੀਨਸ
ਵਾਟਰ ਦੇ ਵਿੱਚ ਇਨਸੋਲੂਬਲ ਕਾਤੇ ਹੁੰਦੇ ਆ ਤੇ ਹੈਲੋ ਅਲਕੇਨਸ ਸੋਲੂਬਲ, ਠੀਕ ਹੈ ਨਾ। ਹੈਲੋ ਅਲਕੇਨਸ ਵੀ ਲਿਟਲ ਬਿਟ ਸੋਲੂਬਲ ਹੁੰਦੀ ਹੈ, ਜਿੱਦਾਂ ਜਿੱਦਾਂ ਚੇਨ ਵੱਧਦੀ ਜਾਂਦੀ ਹੈ ਸੋਲੂਬਿਲਿਟੀ ਘਟ ਜਾਂਦੀ ਹੈ। ਤੁਸੀਂ ਮੇਨ ਇਹ ਰੱਖਣਾ ਕਿ ਹੈਲੋ ਅਰੀਨਸ ਲੈਸ ਪੋਲਰ ਹੁੰਦੇ ਆ, ਜਿਹਦੇ ਕਰਕੇ ਉਹ ਹੈਲੋ ਅਰੀਨਸ ਲੈਸ ਪੋਲਰ ਹੁੰਦੀ ਹੈ, ਜਿਹਦੇ ਕਰਕੇ ਉਹ ਵਾਟਰ ਦੇ ਵਿੱਚ ਸੋਲੂਬਲ ਨਹੀਂ ਹੁੰਦੇ। ਤੇ ਸੋਲੂਬਲ ਕਿਹਦੇ ਵਿੱਚ ਹੁੰਦੇ ਆ? ਆਰਗੈਨਿਕ ਸੋਲਵੈਂਟਸ ਲਾਈਕ ਬੈਂਜ਼ੀਨ, ਈਥਰ, ਕਲੋਰੋਫਾਰਮ ਐਂਡ ਕਾਰਬਨ ਟੈਟਰਾਕਲੋਰਾਈਡ। ਓਕੇ, ਜੇ ਹੁਣ ਆਪਾਂ ਉਹਦੇ ਬਾਅਦ ਵਿੱਚ ਲਾਸਟ ਪ੍ਰੋਪਰਟੀ ਡੈਂਸਿਟੀ ਦੀ ਗੱਲ ਕਰੀਏ, ਜਿਹੜੀਆਂ ਹੈਲੋ ਅਰੀਨਸ ਹੁੰਦੀਆਂ, ਜੇ ਆਪਾਂ ਤੁਸੀਂ ਇਹਦੇ ਵਿੱਚ ਇੰਨਾ ਹੀ ਯਾਦ ਰੱਖਣਾ, ਡੈਂਸਿਟੀ ਇਨਕਰੀਜ਼ ਹੁੰਦੀ ਆ। ਚਲੋ ਲਿਖ ਹੀ ਦਿੰਨਾ ਮੈਂ, ਡੈਂਸਿਟੀ ਇਨਕਰੀਜ਼ਿਜ਼ ਫਰੋਮ ਫਲੋਰੋਬenzene to क्लोरोबenzene, ठीक है। फ्लोरोबenzene टू आइडोबenzene लिख लो डायरैक्ट ही, मतलब कि सब तो ज़्यादा जी, जे आप पिछे जी डायग्राम बना के हटे हैं, इधर गया पेज रुको बच्चे, हाँ जी, आप ये गल करिए सब तो ज़्यादा डेंसिटी किहदी होनी है? आइडोबenzene की, उस तो घट ब्रोमो की, मतलब कि फ्लोरोबenzene टू आइडोबenzene डेंसिटी इनक्रीज़ होंदी है। डेंसिटी इनक्रीज़ काते हो रही है? क्योंकि ये जिहड़ा हैलोजन एटम आ उहदा साइज़ जां उहदी डेंसिटी लिख दिओ तुसीं, उहदी डेंसिटी इनक्रीज़ हो रही है, ठीक है। इन्ना कर लेना है। हुण देखो शायद तुहानूं ये भी पता होवे, फ्लोरीन भी आलमोस्ट आपां गैसिस कह दिंदे आ, क्लोरीन भी गैस ही होंदी है, ब्रोमीन लिक्विड स्टेट दे विच होंदी है, आयोडीन सॉलिड स्टेट दे विच होंदी है, ठीक है। मतलब कि इस पासे नूं डेंसिटी इनक्रीज़ हो रही है। तो इस तरह ही बंजीन रिंग सेम आ, फ्लोरोबenzene टू आइडोबenzene डेंसिटी इनक्रीजिज, ठीक है। ਇਹਦੇ ਵਿੱਚ ਜਿਹੜੀ ਮੇਨ ਪ੍ਰੋਪਰਟੀ ਆ ਤੁਹਾਡੀ ਫਸਟ ਹੀ ਆ, ਮੈਲਟਿੰਗ ਪੁਆਇੰਟ ਐਂਡ ਬੋਇਲਿੰਗ ਪੁਆਇੰਟ। ਜ਼ਿਆਦਾਤਰ ਕੁਐਸਚਨ ਇਹਦੇ ਵਿੱਚੋਂ ਹੀ ਆਣਾ ਆ। ਓਕੇ, ਅੱਜ ਲਈ ਇੰਨਾ ਕਰੋ, ਕੱਲ ਤੋਂ ਆਪਾਂ ਕੈਮੀਕਲ ਪ੍ਰੋਪਰਟੀ ਸ਼ੁਰੂ ਕਰਾਂਗੇ। ਓਕੇ ਬੇਟਾ, ਥੈਂਕ ਯੂ।